गुड मॉर्निंग स्टूडेंट्स। ਅੱਜ ਆਪਾਂ ਸਾਹਿਤ ਦੇ ਰੂਪ ਕਵਿਤਾ ਇਸ ਬਾਰੇ ਪੜਾਂਗੇ। ਕਵਿਤਾ ਕੀ ਹੈ? ਕਵਿਤਾ ਇੱਕ ਸ਼ਾਬਦਿਕ ਕਲਾ ਹੈ ਜਿਸ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦਾ ਜਾਮਾ ਪਹਿਨ ਕੇ ਕਿਸੇ ਸੁਰ ਤਾਲ ਵਿੱਚ ਗੂੰਜ ਉੱਠਦੇ ਹਨ। ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਕਿਹਾ ਹੈ। ਉਹਨਾਂ ਅਨੁਸਾਰ ਸਾਧਮਨਾਂ ਵਿੱਚੋਂ ਨਿਕਲਣ ਵਾਲੇ ਸ਼ਬਦ ਹੀ ਕਵਿਤਾ ਹਨ। ਕਹਿਣ ਦਾ ਭਾਵ ਇਹ ਹੈ ਕਿ ਕਵੀ ਜੋ ਵੀ ਕੋਈ ਸਤਰਾਂ ਲਿਖਦਾ ਏ ਉਸ ਨੂੰ ਗਾ ਕੇ ਜਦੋਂ ਆਪਾਂ ਉਸ ਨੂੰ ਗਾਉਂਦੇ ਹਾਂ ਤਾਂ ਉਹ ਇੱਕ ਕਵਿਤਾ ਬਣ ਜਾਂਦੀ ਹੈ। ਕਵਿਤਾ ਦੇ ਤੱਤ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਹੈ ਕਾਵਿ ਬੋਲੀ। ਕਾਵਿ ਬੋਲੀ ਕੀ ਹੁੰਦੀ ਹੈ? ਕਹਿੰਦਾ ਜਿਹੜੀ ਬੋਲੀ ਹੈ ਉਹ ਕਵੀ ਦੀ ਕਵਿਤਾ ਦਾ ਕੱਚਾ ਮਸਾਲਾ ਹੈ ਜਿਸ ਨੂੰ ਉਹ ਵਿਉਂਤਬੱਧ ਕਰਕੇ ਕਵਿਤਾ ਦੀ ਸਿਰਜਣਾ ਕਰਦਾ ਹੈ। ਕਵੀ ਦੀ ਭਾਸ਼ਾ ਵਿੱਚ ਬੋਲੀ ਵਿੱਚ ਅਜੀਬ ਕੋਮਲਤਾ, ਅਰਥ ਸ਼ਕਤੀ, ਅਲੌਕਿਕ ਸੁੰਦਰਤਾ ਡੁੱਲ ਡੁੱਲ ਪੈਂਦੀ ਹੈ। ਕਵੀ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਰਸਮਈ ਬੋਲੀ ਰਾਹੀਂ ਪ੍ਰਗਟ ਕਰਦਾ ਹੈ। ਨੈਕਸਟ ਆਪਣੇ ਕੋਲ ਪ੍ਰਤੀਕ ਅਤੇ ਚਿੰਨ੍ਹ। ਕਵਿਤਾ ਦੀ ਕਹਿੰਦਾ ਬੋਲੀ ਵਿੱਚ ਪਰੋਏ ਹੋਏ ਸ਼ਬਦ ਕਈ ਕਾਰਜ ਕਰਦੇ ਹਨ। ਕਦੇ ਕਿਸੇ ਵਿਸ਼ੇ ਦੀ ਵਿਸ਼ੇਸ਼ਤਾ ਦੱਸਦੇ ਹਨ, ਕਦੇ ਪ੍ਰਤੀਕ ਤੇ ਚਿੰਨ੍ਹ ਬਣ ਕੇ ਅਣਕਹੇ ਵਿਸ਼ੇ ਨੂੰ ਉਜਾਗਰ ਕਰਦੇ ਹਨ। ਇੱਕ ਚੰਗਾ ਕਵੀ ਹੈ ਜਿਹੜਾ ਆਪਣੀ ਕਵਿਤਾ ਵਿੱਚ ਜਾਣੇ ਪਛਾਣੇ ਹੀ ਡੂੰਘੇ ਅਰਥਾਂ ਵਾਲੇ ਪ੍ਰਤੀਕ ਵਰਤਦਾ ਹੈ। ਜਿਵੇਂ ਸ਼ੇਰ ਬਹਾਦਰੀ ਦਾ ਪ੍ਰਤੀਕ ਹੈ, ਗਿੱਦੜ ਕਾਇਰਤਾ ਦਾ ਪ੍ਰਤੀਕ ਹੈ, ਗੰਗਾ ਪਵਿੱਤਰਤਾ ਦੀ ਪ੍ਰਤੀਕ ਹੈ। ਨੈਕਸਟ ਹੈ ਬਿੰਬ। ਬਿੰਬ ਕਿਸੇ ਕਵਿਤਾ ਦੇ ਸ਼ਬਦ ਚਿੱਤਰ ਹੁੰਦੇ ਹਨ। ਆਪਾਂ ਕੋਈ ਕਵਿਤਾ ਪੜ੍ਹ ਰਹੇ ਹਾਂ, ਕਵਿਤਾ ਨੂੰ ਪੜ੍ਹਦੇ ਜਾਂ ਸੁਣਦੇ ਸਾਡੇ ਮਨ ਵਿੱਚ ਉਸ ਨਾਲ ਸੰਬੰਧਿਤ ਜਿਹੜੀ ਤਸਵੀਰ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੁੰਦੀ ਹੈ। ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਕਵੀ ਆਪਣੀ ਕਵਿਤਾ ਵਿੱਚ ਸ਼ਬਦਾਂ ਨਾਲ ਹੀ ਕਿਸੇ ਵਸਤੂ ਨੂੰ ਇਸ ਤਰ੍ਹਾਂ ਸਾਡੇ ਸਾਹਮਣੇ ਪੇਸ਼ ਕਰਦਾ ਹੈ ਕਿ ਪਾਠਕ ਦੇ ਦਿਮਾਗ ਵਿੱਚ ਉਸ ਵਸਤੂ ਦੀ ਤਸਵੀਰ ਜਿਹੀ ਉੱਭਰ ਆਉਂਦੀ ਹੈ। ਜਿਹੜੀ ਇਹ ਤਸਵੀਰ ਹੈ ਇਹ ਬਿੰਬ ਅਖਵਾਉਂਦੀ ਹੈ। ਨੈਕਸਟ ਛੰਦ। ਛੰਦ ਕਿਸ ਨੂੰ ਕਿਹਾ ਜਾਂਦਾ ਹੈ? ਕਹਿੰਦਾ ਕਵਿਤਾ ਵਿੱਚ ਅੱਖਰਾਂ ਤੇ ਮਾਤਰਾਵਾਂ ਦੀ ਜਿਹੜੀ ਗਿਣਤੀ ਹੈ ਨਾ ਉਹ ਇੱਕ ਖਾਸ ਹੁੰਦੀ ਹੈ ਜਿਸ ਨਾਲ ਕਵਿਤਾ ਵਿੱਚ ਸੁਰਤਾਲ ਪੈਦਾ ਹੁੰਦਾ ਹੈ। ਮੱਧਕਾਲ ਵਿੱਚ ਜਿਹੜੀ ਕਵਿਤਾ ਸੀ ਉਹ ਛੰਦਬੱਧ ਸੀ। ਦੇਖੋ ਛੰਦਬੱਧ ਕਿਵੇਂ? ਜਿਵੇਂ ਆ ਦੇਖੋ ਆਪਣੇ ਕੋਲ ਉਦਾਹਰਨ ਲਿਖੀ ਹੋਈ ਹੈ। ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ। ਦੇਖੋ ਇਹਦੇ ਵਿੱਚ ਜੋ ਵੱਟ ਕੇ, ਕੱਟ ਕੇ, ਇਹ ਦੋਨੋਂ ਲਾਈਨਾਂ ਵਿੱਚ ਲਾਸਟ ਵਾਲੇ ਜੋ ਸ਼ਬਦ ਹਨ ਇਹ ਕੇ ਸੁਰਤਾਲ ਪੈਦਾ ਕਰਦੇ ਨੇ ਨਾ, ਇਹਨੂੰ ਆਪਾਂ ਕਹਾਂਗੇ ਛੰਦਬੱਧ ਕਵਿਤਾ। ਨੈਕਸਟ ਦੇਖੋ ਜੀ ਆਪਣੇ ਕੋਲ ਖੁੱਲੀ ਕਵਿਤਾ। ਪ੍ਰੋਫੈਸਰ ਪੂਰਨ ਸਿੰਘ ਨੇ ਇਹ ਪਿਰਤ ਪਾਈ ਹੈ ਖੁੱਲੀ ਕਵਿਤਾ ਲਿਖਣ ਦੀ, ਜਿਸ ਨੂੰ ਛੰਦ ਮੁਕਤ ਕਵਿਤਾ ਵੀ ਬੋਲਦੇ ਹਨ। ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ। ਦੇਖੋ ਇਸ ਵਿੱਚ ਕੋਈ ਲਾਈਨ ਕਿਸੇ ਨਾਲ ਕੀ ਹੈ ਮਿਲਦੀ ਜੁਲਦੀ ਬਿਲਕੁਲ ਨਹੀਂ ਹੈ। ਪੰਜਾਬ ਦੇ ਮਖੌਲਾਂ ਕਰ ਮਰਨ ਥੀ ਨਹੀਂ ਡਰਦੇ, ਤਾਂ ਇਹ ਕੀ ਹੈ? ਖੁੱਲੀ ਕਵਿਤਾ, ਛੰਦ ਮੁਕਤ। ਨੈਕਸਟ ਆਪਣੇ ਕੋਲ ਭਾਵ। ਭਾਵ ਮਨੋਭਾਵ ਜਾਂ ਜਜ਼ਬੇ ਕਵਿਤਾ ਦੀ ਜਿੰਦ ਜਾਨ ਹੁੰਦੇ ਹਨ। ਜਿਹੜਾ ਮਨੁੱਖੀ ਮਨ ਹੈ ਉਹ ਤਾਂ ਜਜ਼ਬਿਆਂ ਦੀ ਖਾਨ ਹੈ। ਉਸ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਭਾਵ ਪੈਦਾ ਹੁੰਦੇ ਰਹਿੰਦੇ ਨੇ, ਜਿਵੇਂ ਪਿਆਰ ਦਾ ਭਾਵ, ਤਰਸ ਦਾ ਭਾਵ, ਡਰ ਦਾ ਭਾਵ ਆਦਿ। ਨੈਕਸਟ ਆਪਣੇ ਕੋਲ ਰਸ। ਕਹਿੰਦੇ ਜਦੋਂ ਮਨੁੱਖ ਦੇ ਭਾਵ ਮਨੋਭਾਵ ਪ੍ਰਬਲ ਹੋ ਕੇ ਸਾਰਿਆਂ ਲਈ ਸਾਂਝੇ ਪਰਪੱਕ ਹੋ ਜਾਂਦੇ ਹਨ ਤਾਂ ਇਹ ਰਸ ਬਣ ਜਾਂਦੇ ਹਨ। ਸਾਡੇ ਅੰਤਰਮਨਾਂ ਵਿੱਚ ਕਈ ਤਰ੍ਹਾਂ ਦੇ ਜਜ਼ਬੇ ਮੌਜੂਦ ਹੁੰਦੇ ਹਨ ਪਰ ਉਹ ਆਮ ਤੌਰ ਤੇ ਸੁਸਤ ਜਾਂ ਨਿੱਸਲ ਅਵਸਥਾ ਵਿੱਚ ਪਏ ਹੁੰਦੇ ਹਨ। ਪਰ ਜਦੋਂ ਆਪਾਂ ਕੋਈ ਕਵਿਤਾ ਜਾਂ ਡਰਾਮਾ ਪੜ੍ਹਦੇ ਸੁਣਦੇ ਹਾਂ ਤਾਂ ਇਹੋ ਜਿਹੜੇ ਭਾਵ ਨੇ ਉਤੇਜਿਤ ਹੋ ਜਾਂਦੇ ਨੇ ਤੇ ਸੰਬੰਧਿਤ ਰਸ ਦੀ
ਸ਼ਕਲ ਵਿੱਚ ਸਾਡੇ ਸਾਹਮਣੇ ਆਉਂਦੇ ਹਨ। ਰਸ 9 ਤਰ੍ਹਾਂ ਦੇ ਹੁੰਦੇ ਨੇ ਕਵਿਤਾ ਵਿੱਚ, ਇਹ ਤੁਹਾਨੂੰ ਮੇਰਾ ਪਹਿਲਾਂ ਵੀ ਸਮਝਾਇਆ ਹੋਇਆ। ਨੈਕਸਟ ਹੈ ਅਲੰਕਾਰ। ਅਲੰਕਾਰ ਕਵਿਤਾ ਦੇ ਗਹਿਣੇ ਹੁੰਦੇ ਨੇ। ਉਦਾਹਰਨ ਦੇਖੋ, ਜਿਵੇਂ ਆਪਾਂ ਇੱਕ ਦੁਲਹਨ ਨੂੰ ਸਜਾਉਣ ਦੇ ਲਈ ਗਹਿਣਿਆਂ ਦੀ ਵਰਤੋਂ ਕਰਦੇ ਹਾਂ, ਉਸੇ ਤਰ੍ਹਾਂ ਜਿਹੜਾ ਇੱਕ ਕਵੀ ਹੈ ਆਪਣੀ ਕਵਿਤਾ ਨੂੰ ਵਧੇਰੇ ਸੁਹਜਮਈ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਜਾਵਟੀ ਯੁਕਤਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਜਿਵੇਂ ਸ਼ਬਦਾਂ, ਵਰਨਾਂ, ਮੁਹਾਵਰਿਆਂ, ਅਖਾਣਾਂ ਆਦਿ ਨੂੰ ਅਲੰਕਾਰਾਂ ਰਾਹੀਂ ਜੋੜਦਾ ਏ। ਨੈਕਸਟ ਆਪਣੇ ਕੋਲ ਕਲਪਨਾ। ਜਿਹੜੀ ਕਲਪਨਾ ਏ ਉਹ ਕਵਿਤਾ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ। ਅੰਗਰੇਜ਼ੀ ਕਵੀ ਕਾਲਰਿਜ ਦਾ ਵਿਚਾਰ ਹੈ ਕਿ ਜਿਹੜੀ ਕਵਿਤਾ ਹੈ ਉਹ ਤਾਂ ਕਲਪਨਾ ਦੀ ਹੀ ਪੈਦਾਵਾਰ ਹੈ। ਜੇ ਕਵੀ ਦੇ ਮਨ ਵਿੱਚ ਕਲਪਨਾ ਨਾ ਹੋਵੇ ਤਾਂ ਉਹ ਕਵਿਤਾ ਨੂੰ ਨਹੀਂ ਲਿਖ ਸਕਦਾ। ਜਿਵੇਂ ਇੱਥੇ ਦੇਖੋ ਉਦਾਹਰਨ ਦਿੱਤੀ ਹੋਈ ਹੈ, ਧਰਤੀ ਦੇ ਹੇਠਾਂ ਧੌਲ ਹੈ, ਧਰਮ ਹੈ, ਇੱਕ ਮੇਰੀ ਧੀ ਹੈ। ਤਾਂ ਕਵੀ ਨੇ ਜੋ ਇਹ ਸਤਰਾਂ ਲਿਖੀਆਂ ਨੇ, ਕੀ ਉਸਨੇ ਧਰਤੀ ਦੇ ਹੇਠਾਂ ਜਾ ਕੇ ਵੇਖਿਆ ਸੀ? ਇਹ ਇੱਕ ਕਲਪਨਾ ਹੈ ਵੀ ਧਰਤੀ ਦੇ ਹੇਠਾਂ ਇੱਕ ਬਲਦ ਹੈ ਜਿਸ ਨੇ ਸਿੰਘਾਂ ਉੱਪਰ ਧਰਤੀ ਹੈ ਜਿਹੜੀ ਚੁੱਕੀ ਹੋਈ ਹੈ, ਧਰਮ ਇਹ ਕਹਿੰਦਾ ਏ। ਪਰ ਕਵੀ ਇਸ ਦੇ ਨਾਲ ਇਹ ਵੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਬਲਦ ਨੇ ਧਰਤੀ ਨੂੰ ਸਿੰਘਾਂ ਦੇ ਉੱਪਰ ਚੁੱਕਿਆ ਹੋਇਆ ਹੈ, ਉਸੇ ਤਰ੍ਹਾਂ ਮੇਰੀ ਇੱਕ ਧੀ ਵੀ ਹੈ ਜਿਸ ਨੇ ਪੂਰੇ ਸੰਸਾਰ ਦੇ ਜਿਹੜੇ ਦੁੱਖ ਨੇ ਉਹ ਆਪਣੇ ਸਿਰ ਉੱਪਰ ਚੁੱਕੇ ਹੋਏ ਹਨ। ਹਾਂਜੀ, ਅੱਜ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਕਵਿਤਾ ਕੀ ਹੈ, ਕਵਿਤਾ ਦੇ ਤੱਤ। ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ। ਧੰਨਵਾਦ।